जिथे मैं मतलब कि जाना सीगा ते वो कहंदे सी नहीं तुहानू नहीं काम दे सकदे, काफ़ी तुहानू प्रॉब्लम आ, तुसीं की करोगे। उस वक्त मेरे कोल व्हीलचेयर नहीं हुंदी सीगी ते वो कहंदे नहीं तुहाडे ਲਈ कोई काम नहीं, मतलब कि तरसरी भावना ਨਾਲ ਜ਼ਿਆਦਾ ਦੇਖ ਦਿੰਦੇ ਸੀਗੇ ਮੈਨੂੰ। ਤੇ ਮੈਂ ਟ੍ਰਾਈਸਾਈਕਲ ਲੈਣ ਚੱਲ ਗਿਆ, ਉੱਥੇ ਮੇਰੇ ਕੁਝ ਫਰੈਂਡ ਵੀ ਸੀਗੇ ਜਿਨ੍ਹਾਂ ਨੂੰ ਕਾफ़ੀ ਦੇਰ ਬਾਅਦ ਮਿਲਿਆ ਸੀਗਾ ਮੈਂ, ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਹੁਣ ਕੀ ਕਰਦਾ ਵਾ। ਮੈਂ ਕਿਹਾ ਮੈਂ ਤਾਂ ਕੁਛ ਨਹੀਂ ਕਰ ਰਿਹਾ, ਫਿਲਹਾਲ ਮੈਂ ਵਿਹਲਾ ਵਾਂ। तो कहने फिर पंजाब की टीम क्यों नहीं ज्वाइन करता। उस वक्त मैं फर्स्ट टाइम सुना सुनना को कि व्हीलचेयर क्रिकेट भी हुंदा वा। जब पोलियो की गल हुंदी है बचपन तो ही तुहानू पता है, बचपन तो ही होया सी। 8 महीने बाद हो गया सी, पोलियो अटैक हो गया सी। बर्थ के मेरे 11 महीने बाद मुझे पोलियो हो गया था। वो भी डॉक्टर ने गलत इंजेक्शन लगा दिया था मुझको फीवर आया था। फिर ये हुआ कि 2017 में मेरा एक्सीडेंट हुआ, मैं बैसाखी चलते हुए ही गिर गई। अब उस बैसाखी से गिरने की वजह से मेरी बोन की हड्डी टूट गई इस साइड वाली। वो हड्डी टूटने की वजह से अभी तक वो जुड़ी नहीं है, मैं व्हीलचेयर में वापस हूँ। कि बैडमिंटन खेल रहे हैं या बास्केटबॉल खेल रहे स्कूल टाइम में, तो मैं उनको देखती थी, मैं भी सोचती मैं क्यों नहीं खेल पा रही। अपने मन में रखती थी कि हाँ भाई मैं भी काश मेरा पैर ठीक होते, मैं ठीक से चल पाती तो मैं भी शायद ये गेम खेल पाती। और लोग मुझे मिलते गए तो उन्होंने बोला कि बास्केटबॉल भी व्हीलचेयर पे होता है, तो मुझे लगा कि शायद गॉड का इशारा ही था कि उन्होंने मेरी दुआ सुन ली। तो मैं फिर पहले तो जेवलिन थ्रो भी नेशनल तक खेला है, और मैंने बास्केटबॉल दो बार नेशनल खेल चुकी हूँ। बैडमिंटन में मैं चाहता था मैं गेम में आवां, ਤੇ ਮੈਨੂੰ ਇਹ ਇਦਾਂ ਨਹੀਂ ਪਤਾ ਸੀਗਾ ਵੀ ਮੇਰੇ ਜਿਹੜੇ ਲਾਈਫ पार्टनर वो पहले ही मतलब कि इस गेम ਦੇ ਵਿੱਚ ਹੈ। तो घर वालों ने मना कर दिया था कि नहीं हम लोग नहीं करेंगे, मतलब रिलीजन अलग है, मैं मुस्लिम हूँ ये हिंदू हैं। ਜਿਹੜੀ ਸਭ ਤੋਂ ਵੱਡੀ ਦਿੱਕਤ ਸਾਡੇ ਕੋਲ ਜੋਬ ਨਹੀਂ ਹੈ, ਤੇ ਅਸੀਂ ਮਤਲਬ ਕਿ ਸੀਐਮ ਚੰਨੀ ਸਾਹਿਬ ਕੋ ਗਏ ਸੀਗੇ, 2 ਵਾਰ ਗਏ ਸੀ ਤੇ ਸਾਨੂੰ ਦੋਨੇ ਵਾਰ ਨਹੀਂ ਮਿਲੇ। ਤੇ ਉੱਥੇ ਕੁਝ ਬੰਦੇ ਸੀਗੇ ਅਫਸਰ ਬੰਦੇ, ਤੇ ਉਹਨਾਂ ਨੇ ਸਾਨੂੰ ਇਹੀ ਕਿਹਾ ਸੀਗਾ ਕਿ ਤੁਸੀਂ ਇਦਾਂ ਮਤਲਬ ਕਿ ਆਇਆ ਨਾ ਕਰੋ ਵੀ ਜੋ ਸਾਰੇ ਜੋਬ ਵਾਸਤੇ ਇੱਥੇ ਆਉਂਦੇ ਆ ਤੇ ਉਹਦਾ ਚਲੋ ਤੁਸੀਂ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਦੇਖ ਕੇ ਆਏ ਨੇ ਆ ਵੀ ਚੰਗਾ ਕੰਮ ਕਰਦੇ ਵੀ ਚਲੋ, ਬਟ ਕਹਿੰਦੇ ਇਦਾਂ ਜੋਬ ਦਿੰਦੇ ਨਹੀਂਗੇ। ਹੁਣ ਜਿਹੜੀ ਸਾਡੇ ਘਰ ਦੀ ਇਨਕਮ ਆ ਉਹ ਮਤਲਬ ਕਿ ਮੁਸ਼ਕਿਲ ਹਾਲਾਤਾਂ ਵਿੱਚ ਚੱਲਦੀ ਪਈ। ਮੈਂ ਇਸ ਵਕਤ ਮੇਰੇ ਮੰਮੀ ਰਿਟਾਇਰ ਹੋ ਗਏ ਸੀ, ਉਹਨਾਂ ਨੇ ਘਰ ਬਣਾਤਾ ਸਾਰਾ, ਤੇ ਪੈਸਾ ਹੁਣ ਕੋਈ ਨਹੀਂ ਰਿਹਾ ਉਹਨਾਂ ਕੋਲ, ਜਿੰਨੇ ਵੀ ਸੀਗੇ ਮਤਲਬ ਕਿ ਘਰ ਦੇ ਖਰਚੇ ਖੁਰਚੇ ਵਿੱਚ ਅੱਧੇ ਲਗਾਤੇ ਉਹਨਾਂ ਨੇ। ਬਸ ਹੁਣ ਮੈਂ ਸਾਡੇ ਤੇ ਹੈ ਕਿ ਸਾਡੀ ਜੋਰੀ ਜੋਬ ਲੱਗੂਗੀ ਔਰ ਤੇ ਮੈਂ ਚੱਲਣਾ ਸਾਡਾ ਘਰ। ਵੀਲਚੇਅਰ ਵੀ ਨਹੀਂ ਹੁੰਦੀ ਸੀਗੀ, ਵੀਲਚੇਅਰ ਵੀ ਸਪੋਰਟਸ ਚਾਹਣ ਤੋਂ ਬਾਅਦ ਹੀ ਮਿਲੀ। ਤੇ ਮਤਲਬ ਕਿ ਇਦਾਂ ਦੀ ਪੋਜੀਸ਼ਨ ਆ ਗਈ ਸੀ ਮੈਮ ਕਿ ਬਸ ਲੱਗਦਾ ਸੀਗਾ ਵੀ ਨਾ ਬਸ ਹੁਣ ਖਤਮ ਆ ਲਾਈਫ। मेरी भैन भरावां ने साथ छाड़ता सीगा ते बस मरण दी मतलब कि नौबत आ गई सी मैम। मुस्लिम समाज में एक प्रथा है कि अगर किसी का हस्बैंड एक्सपायर होता है तो 4 महीने की इद्दत करनी पड़ती है। इद्दत का मतलब एक रूम के अंदर बैठ के प्रेयर करनी 4 महीने तक, उस लेडीज को बाहर नहीं आना। 4 महीने मेरी मम्मी से आके हमसे आके किसी ने ये नहीं पूछा, पड़ोस में भी किसी ने नहीं पूछा कि तुम लोग कैसे खाना खा रहे हो, तुम्हारे घर में आटा है या नहीं है। उस चीज़ को देखकर अकल आ गई कि जो करना है अपने बलबूते पे करना है, किसी से कोई हेल्प नहीं मांगनी, सिर्फ गॉड के आगे हाथ फैलाना है।
ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਦ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਕਲਪਨਾ ਮੌਰਿਆ। ਕਹਿੰਦੇ ਨੇ ਕੁਝ ਪਾਉਣ ਤੇ ਕੁਝ ਕਰਨ ਦਾ ਜਨੂਨ ਹੋਵੇ ਤਾਂ ਇਨਸਾਨ ਹਰ ਮੁਸ਼ਕਲਾਂ ਨੂੰ ਪਾਰ ਕਰਦਾ ਹੋਇਆ ਉਹ ਮੁਕਾਮ ਹਾਸਲ ਕਰ ਹੀ ਲੈਂਦਾ ਹੈ। ਕੁਝ ਇਹੋ ਜਿਹੀ ਮਿਸਾਲ ਪੇਸ਼ ਕਰ ਰਿਹਾ ਇੱਕ ਕਪਲ, ਜੀ ਹਾਂ, ਜਿਸ ਨੇ ਬਚਪਨ ਤੋਂ ਹੀ ਬੜੀ ਮੁਸ਼ਕਲਾਂ ਦੇਖੀਆਂ ਵੀ ਨੇ, ਸਭ ਕੁਝ ਦੇਖਿਆ, ਪਰ ਉਸ ਦੇ ਬਾਵਜੂਦ ਉਹਨਾਂ ਨੇ ਹਾਰ ਨਹੀਂ ਮੰਨੀ ਕਿਉਂਕਿ ਉਹਨਾਂ ਦੇ ਜਿਹੜੇ ਉਹ ਜਜ਼ਬੇ ਤੋਂ, ਉਹ ਜੋਸ਼ ਤੋਂ ਜਿਹੜੇ ਆ ਭਰਪੂਰ ਨਜ਼ਰ ਆਏ। ਅੱਜ ਅਸੀਂ ਤੁਹਾਨੂੰ ਉਸੇ ਕਪਲ ਤੋਂ ਮਿਲਵਾਉਣ ਜਾ ਰਹੇ। ਸਿਰਫ ਉਹਨਾਂ ਦੀ ਕਹਾਣੀ ਇੱਥੇ ਤੱਕ ਹੀ ਨਹੀਂ ਹੈ, ਇਹ ਕਹਾਣੀ ਜਿਹੜੀ ਹਲੇ ਅੱਗੇ ਵੀ ਚੱਲੇਗੀ। ਕਿਸ ਤਰੀਕੇ ਨਾਲ ਪਹਿਲਾਂ ਤਾਂ ਜੋ ਉਹਨਾਂ ਨੇ ਬਚਪਨ ਦੇ ਵਿੱਚ ਮੁਸ਼ਕਲਾਂ ਦੇਖੀਆਂ, ਜੋ ਹਰਡਲ ਸਨ, ਉਸ ਤੋਂ ਬਾਅਦ ਉਹ ਕਪਲ ਕਿਵੇਂ ਮਿਲਿਆ ਹੈ, ਕਿਉਂਕਿ ਉਹ ਮਿਲਣ ਦੇ ਵਿੱਚ ਵੀ ਜਿਹੜਾ ਹੈ ਉਹਨਾਂ ਨੇ ਬੜਾ ਸਟਰਗਲ ਕੀਤਾ ਹੈ, ਕਿਉਂਕਿ ਦੋਨੋਂ ਜਿਹੜੇ ਨੇ ਅਲੱਗ-ਅਲੱਗ ਧਰਮ ਤੋਂ ਵੀ ਬਿਲੋਂਗ ਕਰਦੇ ਨੇ। ਜੀ ਹਾਂ, ਸਾਡੇ ਨਾਲ ਮੌਜੂਦ ਨੇ ਅਸ਼ਵਨੀ ਜੀ ਤੇ ਸ਼ਬਾਨਾ ਜੀ, ਤੇ ਬੜੀ ਹੀ ਜਿਹੜੀ ਉਹਨਾਂ ਦੀ ਸਟੋਰੀ ਹੈ, ਬੜੀ ਜਿਹੜੀ ਹੈ ਇੰਸਪੀਰੇਸ਼ਨਲ ਹੈ, ਬੜੀ ਜਿਹੜੀ ਹੈ ਲੋਕਾਂ ਨੂੰ ਵੀ ਮੋਟੀਵੇਟ ਵੀ ਜ਼ਰੂਰ ਕਰੇਗੀ, ਕਿਉਂਕਿ ਜਦੋਂ ਕਹਾਣੀ ਜਿਹੜੀ ਹੈ ਉਹ ਦੱਸਣਗੇ ਕਿ ਕਿਸ ਤਰੀਕੇ ਨਾਲ ਜਿਹੜਾ ਹੈ ਉਹ ਇਸ ਮੁਕਾਮ ਤੇ ਪਹੁੰਚੇ ਨੇ, ਕਿਸ ਤਰੀਕੇ ਨਾਲ ਉਹਨਾਂ ਨੇ ਆਪਣਾ ਨਾਮ ਬਣਾਇਆ। ਪਰ ਤੁਹਾਨੂੰ ਦੱਸਦਾ ਕਿ ਸ਼ਬਾਨਾ ਜੀ ਤੇ ਜੋ ਅਸ਼ਵਨੀ ਜੀ ਨੇ ਉਹ ਪੈਰਾ ਬੈਡਮਿੰਟਨ ਜਿਹੜੇ ਹੈ ਖਿਲਾੜੀ ਨੇ, ਤੇ ਕਿਸ ਤਰੀਕੇ ਨਾਲ ਜਿਹੜਾ ਹੈ ਉਹ ਦੇਸ਼ ਭਰ ਦੇ ਵਿੱਚ ਉਹ ਜਿਹੜਾ ਆਪਣਾ ਨਾਮ ਕਮਾ ਰਹੇ ਨੇ, ਨਾਮ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਗੱਲਬਾਤ ਕਰ ਲੈਂਦੇ ਹਾਂ। ਅਸ਼ਵਨੀ ਜੀ ਇਸ ਸਾਈਡ ਮੌਜੂਦ ਨੇ ਮੇਰੇ ਨਾਲ, ਤੇ ਇਸ ਦੇ ਨਾਲ ਹੀ ਸ਼ਬਾਨਾ ਜੀ ਵੀ ਮੌਜੂਦ ਨੇ। ਤੇ ਬਹੁਤ ਸਵਾਗਤ ਹੈ ਸਰ ਤੇ ਮੈਮ ਤੁਹਾਡਾ ਸਾਡੇ ਚੈਨਲ ਦੇ ਵਿੱਚ। ਤੇ ਬਿਲਕੁਲ ਸਭ ਤੋਂ ਪਹਿਲਾਂ ਅਸ਼ਵਨੀ ਜੀ ਤੋਂ ਮੈਂ ਸ਼ੁਰੂਆਤ ਕਰਦੀ ਹਾਂ। ਸਰ, ਦੇਖਿਆ ਜਾਵੇ ਤਾਂ ਕਹਿੰਦੇ ਨੇ ਕਿ ਹਰ ਇਨਸਾਨ ਨੇ, ਜਦ ਇਨਸਾਨ ਨੇ ਕੁਝ ਕਰਨਾ ਚਾਹੁੰਦਾ ਹੈ ਤੇ ਉਹ 10 ਬਹਾਨੇ, ਜਿਹਨੇ ਨਾ ਕਰਨਾ ਹੋਵੇ 10 ਬਹਾਨਿਆਂ ਦੀ ਪਹਿਲਾਂ ਲਿਸਟ ਹੁੰਦੀ ਹੈ ਕਿ ਮੈਂ ਇਹਦੇ ਤੋਂ ਨਹੀਂ ਹੋਣਾ, ਹੈ ਨਾ। ਤੇ ਜਿਹੜਾ ਕੁਝ ਕਰਨਾ ਚਾਹੁੰਦਾ ਉਹਨੂੰ ਪਤਾ ਹੁੰਦਾ ਕਿ ਮੈਂ ਕਿਵੇਂ ਕਰਨਾ। ਤੇ ਸਰ, ਸ਼ੁਰੂਆਤ ਕੀਤੀ ਜਾਵੇ ਤੁਹਾਡੇ ਇਸ ਸਫ਼ਰ ਦੀ, ਕਿਵੇਂ ਮਤਲਬ ਜਦ ਆਪਾਂ ਗੱਲ ਕਰਦੇ ਹਾਂ ਕਿ ਮਤਲਬ ਤੁਹਾਨੂੰ ਬਚਪਨ ਤੋਂ ਜਿਹੜਾ ਪੋਲੀਓ ਹੋ ਗਿਆ ਸੀ, ਕਿਵੇਂ ਮਤਲਬ ਉਸ ਤੋਂ ਬਾਅਦ ਕਿਵੇਂ ਇਹ ਸੁਪਨਾ ਦੇਖਿਆ ਸੀ ਕਿ ਮੈਂ ਇਹ ਅਚੀਵ ਕਰਨਾ। ਮੈਮ ਐਕਚੁਅਲੀ ਮੈਂ ਪੜ੍ਹਾਈ ਕਰਕੇ ਕੁਛ ਮਤਲਬ ਕਿ ਅਲੱਗ ਸਾ ਕਰਨਾ, ਮਤਲਬ ਕਿ ਮੇਰਾ ਸ਼ੌਂਕ ਸੀ ਕਲਰਕ ਬਣ ਜਾਵਾਂ, ਤੇ ਮੈਂ ਪੜ੍ਹਾਈ ਕਰਨਾ ਚਾਹੁੰਦਾ ਸੀ। ਤੇ ਫਿਰ 2001 ਵਿੱਚ ਪਾਪਾ ਐਕਸਪਾਇਰ ਹੋ ਗਏ, ਤੇ ਉਸ ਤੋਂ ਬਾਅਦ ਫਿਰ ਮੰਮੀ ਨੇ ਘਰ ਸੰਭਾਲਿਆ ਫਿਰ ਮੇਰੇ ਨੇ, ਤੇ ਪੜ੍ਹਾਈ ਮੈਂ ਛੱਡ ਚੁੱਕਾ ਸੀਗਾ ਉਸ ਤੋਂ ਬਾਅਦ। ਤੇ ਫਿਰ ਉਸ ਤੋਂ ਬਾਅਦ ਮੈਂ ਫਿਰ ਮੰਮੀ ਬਿਮਾਰ ਰਹਿਣ ਲੱਗੇ ਮੇਰੇ, ਫਿਰ ਸੋਚਿਆ ਵੀ ਖੁਦ ਹੀ ਕੁਝ ਕਰਿਆ ਜਾਵੇ। ਤੇ ਜਿੱਥੇ ਹੀ ਮੈਂ ਮਤਲਬ ਕਿ ਜਾਣਾ ਸੀਗਾ ਤੇ ਉਹ ਕਹਿੰਦੇ ਸੀ ਨਹੀਂ ਤੁਹਾਨੂੰ ਨਹੀਂ ਕੰਮ ਦੇ ਸਕਦੇ, ਕਾਫੀ ਤੁਹਾਨੂੰ ਪ੍ਰੋਬਲਮ ਆ, ਤੁਸੀਂ ਕੀ ਕਰੋਗੇ। ਉਸ ਵਕਤ ਮੇਰੇ ਕੋਲ ਵੀਲ ਚੇਅਰ ਨਹੀਂ ਹੁੰਦੀ ਸੀਗੀ, ਮਤਲਬ ਕਿ ਐਸੇ ਹੱਥਾਂ ਬਲ ਮੈਂ ਤੁਰ ਕੇ ਜਾਂਦਾ ਹੁੰਦਾ ਸੀਗਾ। ਤੇ ਉਹ ਕਹਿੰਦੇ ਨਹੀਂ ਤੁਹਾਡੇ ਲਈ ਕੋਈ ਕੰਮ ਨਹੀਂ, ਮਤਲਬ ਕਿ ਤਰਸਰੀ ਭਾਵਨਾ ਨਾਲ ਨਜ਼ਾਰਾ ਦੇਖ ਦਿੰਦੇ ਸੀਗੇ ਮੈਨੂੰ। ਤੇ ਉਸ ਤੋਂ ਬਾਅਦ ਫਿਰ ਮੈਂ ਟਰਾਈਸਾਈਕਲ ਲੈਣਾ ਸੀ ਇੱਕ ਵਾਰੀ ਮੈਂ, ਤੇ ਮੈਂ ਟਰਾਈਸਾਈਕਲ ਲੈਣ ਚਲਾ ਗਿਆ। ਉੱਥੇ ਮੇਰੇ ਕੁਝ ਫਰੈਂਡ ਵੀ ਸੀਗੇ ਜਿਨ੍ਹਾਂ ਨੂੰ ਕਾਫੀ ਦੇਰ ਬਾਅਦ ਮਿਲਿਆ ਸੀਗਾ ਮੈਂ, ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਹੁਣ ਕੀ ਕਰਦਾ ਵਾ। ਮੈਂ ਕਿਹਾ ਮੈਂ ਤਾਂ ਕੁਛ ਨਹੀਂ ਕਰ ਰਿਹਾ, ਫਿਲਹਾਲ ਮੈਂ ਵਿਹਲਾ ਵਾਂ। ਤੇ ਕਹਿੰਦੇ ਫਿਰ ਤੂੰ ਪੰਜਾਬ ਦੀ ਟੀਮ ਕਿਉਂ ਨਹੀਂ ਜੁਆਇਨ ਕਰਦਾ। ਉਸ ਵਕਤ ਮੈਂ ਫਸਟ ਟਾਈਮ ਸੁਣਿਆ ਸੀ ਉਹਨਾਂ ਕੋਲ ਕਿ ਵੀਲ ਚੇਅਰ ਕ੍ਰਿਕਟ ਵੀ ਹੁੰਦਾ ਵਾ। ਮੇਰਾ ਫਰੈਂਡ ਆ ਬਹੁਤ ਅੱਛਾ, ਦਲੀਪ ਗੁਪਤਾ, ਉਸਨੇ ਮੈਨੂੰ ਦੱਸਿਆ ਸੀਗਾ। ਤੇ ਫਿਰ ਉਹਨਾਂ ਨੇ ਮੈਨੂੰ ਦੱਸਿਆ, ਤੇ ਮੈਂ ਕਿਹਾ ਠੀਕ ਆ ਮੇਰੀ ਕਰਾ ਦਿਓ ਸਿਲੈਕਸ਼ਨ। ਕਹਿੰਦੇ ਟਰਾਇਲ ਦੇਣਾ ਪਊਗਾ। ਮੈਂ ਕੋਈ ਗੱਲ ਨਹੀਂ, ਟਰਾਇਲ ਦੇ ਦੂੰਗੇ। ਤੇ ਫਸਟ ਟਾਈਮ ਫਿਰ ਮੈਂ ਮਤਲਬ ਕਿ ਲੁਧਿਆਣੇ ਵਿੱਚ ਹੀ ਟਰਾਇਲ ਦਿੱਤਾ ਸੀਗਾ, ਤੇ ਉੱਥੋਂ ਮੇਰੀ ਸਿਲੈਕਸ਼ਨ ਹੋ ਗਈ ਸੀ ਪੰਜਾਬ ਟੀਮ 'ਚ ਵੀਲ ਚੇਅਰ ਕ੍ਰਿਕਟ ਵਿੱਚ। ਤੇ ਸਰ, ਇਸ ਦੇ ਨਾਲ ਹੀ ਦੇਖਿਆ ਜਾਵੇ ਜਦ ਸਿਲੈਕਸ਼ਨ ਹੋਈ ਹੈ, ਤਮਾਮ ਚੀਜ਼ਾਂ ਹੋਈਆਂ ਨੇ, ਤੇ ਇਸ ਤੋਂ ਪਹਿਲਾਂ ਮਤਲਬ ਜਦ ਪੋਲੀਓ ਦੀ ਗੱਲ ਹੁੰਦੀ ਹੈ, ਬਚਪਨ ਤੋਂ ਹੀ ਤੁਹਾਨੂੰ ਪਤਾ, ਬਚਪਨ ਤੋਂ ਹੀ ਹੋਇਆ ਸੀ। 8 ਮਹੀਨੇ ਬਾਅਦ ਹੋ ਗਿਆ ਸੀ ਮੈਨੂੰ ਪੋਲੀਓ ਅਟੈਕ ਹੋ ਗਿਆ ਸੀਗਾ। ਹਾਂਜੀ। ਤੇ ਇਸ ਦੇ ਨਾਲ ਹੀ ਸ਼ਬਾਨਾ ਜੀ ਵੀ ਸਾਡੇ ਨਾਲ ਹੀ ਮੌਜੂਦ ਨੇ। ਗੱਲਬਾਤ ਜਿਹੜੀ ਹੈ ਦੋਨਾਂ ਨਾਲ ਲਗਾਤਾਰ ਚੱਲਦੀ ਰਹੇਗੀ। ਤੇ ਬਿਲਕੁਲ ਸ਼ਬਾਨਾ ਜੀ ਮੌਜੂਦ ਨੇ। ਮੈਮ, ਤੁਹਾਨੂੰ ਜੇਕਰ ਗੱਲ ਕਰੀਏ ਪੋਲੀਓ ਦੀ, ਤੇ मतलब ਤੁਹਾਨੂੰ ਵੀ बचपन तो ही पोलियो सी? हाँ जी, मैं बर्थ के मेरे 11 महीने बाद मुझे पोलियो हो गया था। वो भी डॉक्टर ने गलत इंजेक्शन लगा दिया था मुझको। जो फीवर आया था, फीवर में ही मुझे ना उन्होंने इंजेक्शन लगा दिया, ग्लूकोज चढ़ा दिया, जिसके करके मेरा आधा शरीर डैमेज हो गया। तो उसकी वजह से मैं बहुत प्रॉब्लम भी आई, चलने मैं खड़े चल नहीं पा रही ठीक से। फिर वो घर में मम्मी वगैरह ने जहाँ बताया कि मालिश वगैरह होती है वहाँ कराई, उससे मैं स्टैंडिंग होकर चलने लगी 10-11 साल बाद। स्टैंडिंग होकर चली, उसके बाद में ही मुझे फिर ये हुआ कि 2017 में मेरा एक्सीडेंट हुआ। मैं बैसाखी से चलते हुए गिर गई, और वो बैसाखी से गिरने की वजह से मेरी बोन की हड्डी टूट गई, साइड वाली। और वो हड्डी टूटने की वजह से अभी तक वो जुड़ी नहीं है, मैं व्हीलचेयर पे वापस हूँ। ਮੈਮ, ਇਸ ਦੇ ਸਾਥ ਹੀ ਇਸ ਦੇ ਨਾਲ ਹੀ ਦੇਖਿਆ ਜਾਵੇ ਤੇ ਤੁਸੀਂ ਖੇਡਣਾ ਕਦੋਂ ਤੋਂ ਸ਼ੁਰੂ ਕੀਤਾ, ਮਤਲਬ ਤੁਸੀਂ ਕਦੋਂ ਸੋਚਿਆ ਕਿ ਹੁਣ ਮੈਂ ਜਿਹੜਾ ਸਪੋਰਟਸ ਜੁਆਇਨ ਕਰਨਾ ਹੈ, ਤੇ ਕਦੋਂ ਤੋਂ ਜਿਹੜਾ ਤੁਸੀਂ ਕਰ ਰਹੇ ਹੋ, ਤੇ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਵੀ ਤੁਸੀਂ ਖੇਡ ਚੁੱਕੇ ਹੋ? ये बचपन से जो हर कोई बच्चा सोचता है कि मैं खेलूं। सारे बच्चे जब लोग खेलते थे, मतलब कि बैडमिंटन खेल रहे हैं या बास्केटबॉल खेले स्कूल टाइम में, तो मैं उनको देखती थी, मैं भी सोचती कि मैं क्यों नहीं खेल पा रही, क्योंकि मैं बैसाखी से बैसाखी से मैं ना भाग सकती थी ना मैं कुछ कर पाती थी। तो बस मैं देख के मतलब मन में अपने मन में रखती थी कि हाँ भाई, मैं भी काश मेरा पैर ठीक होते, मैं ठीक से चल पाती, तो मैं भी शायद ये गेम खेल पाती। तो शायद उसी बात को देखते तो कि गॉड ने देखा कि भाई हाँ ये बच्ची तरस रही है, तो इन्होंने मुझे छोटा सा एक्सीडेंट दिलवाया, ये कि ये मैं गिरी और गिरने की वजह से मेरे पैर में चोट आई। फिर दोबारा से मैं व्हीलचेयर पे आई। व्हीलचेयर पे आने के बाद मैंने
कम से कम 8-9 महीने में बेड रेस्ट पे रही और मेरा बिल्कुल माइंड डैमेज हो चुका था कि मैं क्या करूँगी। जो बंदा चलने वाला है वो बेड पर आकर लेट गया 8-9 महीने पूरा। तो मेरे फ्रेंड्स थे, उन लोगों ने बोला कि शिबाना तू मतलब नर्वस मत हो और थोड़ा परेशान भी मत हो, तो एक काम कर तू स्पोर्ट्स में आ जा। तो मैं स्पोर्ट्स शुरू खेलने लग किया, मैं जेवलिन थ्रो करना शुरू किया। तो आहिस्ता आहिस्ता फिर मैंने और लोग मुझे मिलते गए, तो उन्होंने बोला कि बास्केटबॉल भी व्हीलचेयर पे होता है। तो मुझे लगा कि शायद ये गॉड का इशारा ही था कि उन्होंने मेरी दुआ सुन ली कि मैं थोड़ा थोड़ा करके सब चीज़ में खेलने लगी। तो मैंने फिर पहले तो जेवलिन थ्रो भी नेशनल तक खेला है और फिर मैंने बास्केटबॉल दो बार नेशनल खेल चुकी हूँ और फिर तीसरी बार में मैंने सुना कि ये होता है, बैडमिंटन भी होता है व्हीलचेयर पर। तो फिर मैंने 2019 में ही पार्टिसिपेट किया था नेशनल के लिए, 3rd नेशनल था उस टाइम वो, और वो उत्तराखंड में था। उसके बाद में फिर मेरा सिलेक्शन इंटरनेशनल के लिए हुआ, तो वो मैं सितंबर में इंटरनेशनल बैंकॉक खेल के आई थी। ਤੇ ਸਰ ਇਸ ਦੇ ਨਾਲ ਹੀ ਦੇਖਿਆ ਜਾਵੇ ਜਦ ਤੁਸੀਂ ਵੀਲਚੇਅਰ ਕ੍ਰਿਕਟ ਦੀ ਸ਼ੁਰੂਆਤ ਕੀਤੀ ਸੀ ਕਿਹੜੇ ਸਾਲ ਦੇ ਵਿੱਚ ਕੀਤੀ ਸੀ ਤੇ ਉਸ ਤੋਂ ਬਾਅਦ ਫਿਰ ਤੁਸੀਂ ਟੂਰਨਾਮੈਂਟ ਦੇ ਵਿੱਚ ਵੀ ਜ਼ਰੂਰ ਪਾਰਟਿਸਿਪੇਟ ਕੀਤਾ ਹੋਣਾ? ਹਾਂਜੀ ਮੈਮ, ਮੈਂ 2016 ਦੇ ਵਿੱਚ ਸ਼ੁਰੂਆਤ ਕੀਤੀ ਸੀਗੀ। ਹਾਂਜੀ ਤੇ ਸਰ ਇਹ ਦੇਖਿਆ ਜਾਵੇ ਤੇ ਪਹਿਲਾਂ ਤਾਂ ਚਲੋ ਲਾਈਫ ਦੇ ਵਿੱਚ ਜੋ ਚੀਜ਼ਾਂ ਸਟਰਗਲ ਚੱਲ ਹੀ ਰਿਹਾ ਸੀ, ਸਾਰੀ ਮੁਸ਼ਕਲਾਂ ਸਨ, ਤੇ ਫਿਰ ਉਸ ਤੋਂ ਬਾਅਦ ਤੁਸੀਂ ਮੈਮ ਤੇ ਤੁਸੀਂ ਕਿਵੇਂ ਮਿਲੇ, ਮਤਲਬ ਇਹ ਕਦੋਂ ਦੀ ਗੱਲ ਹੈ? ਮੈਮ ਐਕਚੁਅਲੀ ਮੇਰਾ ਪਹਿਲੇ ਇੰਟਰਸਟ ਸੀਗਾ ਵੈਸੇ ਬੈਡਮਿੰਟਨ ਵਿੱਚ, ਮੈਂ ਚਾਹੁੰਦਾ ਸੀ ਮੈਂ ਗੇਮ ਵਿੱਚ ਹੀ ਆਵਾਂ, ਤੇ ਮੈਨੂੰ ਇੱਦਾਂ ਨਹੀਂ ਪਤਾ ਸੀਗਾ ਵੀ ਮੇਰੇ ਜਿਹੜੇ ਲਾਈਫ ਪਾਰਟਨਰ ਉਹ ਪਹਿਲੇ ਹੀ ਮਤਲਬ ਕਿ ਇਸ ਗੇਮ ਦੇ ਵਿੱਚ ਆ। ਤੇ 2019 ਸਟਾਰਟਿੰਗ ਮਤਲਬ ਕਿ ਅਕਤੂਬਰ ਦੇ ਵਿੱਚ ਮੈਂ ਇਹਨਾਂ ਨੂੰ ਫਰੈਂਡ ਰਿਕੁਐਸਟ ਸੈਂਡ ਕੀਤੀ ਸੀਗੀ। ਹਾਂਜੀ, ਤੇ ਇਹਨਾਂ ਨੇ 4 ਦਿਨ ਬਾਅਦ ਐਕਸੈਪਟ ਕੀਤੀ ਸੀ। ਅੱਛਾ, ਤੁਹਾਨੂੰ ਯਾਦ ਵੀ ਹੈ ਕਿ 4 ਦਿਨ ਬਾਅਦ? ਮੈਨੂੰ 10 ਅਕਤੂਬਰ ਫਸਟ ਮਤਲਬ ਕਿ ਇਹਨਾਂ ਨਾਲ ਗੱਲਬਾਤ ਹੋਈ ਸੀ ਮੇਰੀ। ਹਾਂਜੀ, ਤੇ ਬਿਲਕੁਲ ਉਸ ਤੋਂ ਬਾਅਦ ਜਿਹੜਾ ਇਹ ਸਫ਼ਰ ਜਿਹੜਾ ਇਹ ਬੜਾ ਸੋਹਣਾ ਜਿਹਾ ਜਿਹੜਾ ਸਫ਼ਰ ਹੈ ਉਸ ਦੀ ਸ਼ੁਰੂਆਤ ਹੋ ਗਈ ਸੀ। ਹਾਂਜੀ ਮੈਮ, ਹਾਂਜੀ ਹਾਂਜੀ। ਤੇ ਮੈਮ ਤੁਸੀਂ ਜਦ ਸਰ ਨੂੰ ਮਤਲਬ ਜਦ ਪਹਿਲੀ ਵਾਰੀ ਜਦ ਤੁਸੀਂ ਰਿਕੁਐਸਟ ਵੈਸੇ 4 ਦਿਨ ਲਗਾਤੇ ਸੀ ਐਕਸੈਪਟ ਕਰਨ ਨੂੰ, 4 ਦਿਨ ਬਾਅਦ ਐਕਸੈਪਟ ਹੋਈ, ਤੇ ਇਸ ਚੀਜ਼ ਨੂੰ ਵੀ ਲੈ ਕੇ ਮਤਲਬ ਸਾਰਿਆਂ ਨੇ ਐਕਸੈਪਟ ਕਰ ਲਿਆ ਸੀ ਕਿ ਹਾਂ ਤੁਹਾਡੇ ਵਿਆਹ ਦੇ ਲਈ ਮੰਨ ਗਏ ਸੀ? नहीं, फैमिली को बताया नहीं था मैंने उस टाइम। तो एक तो हम लोग की नॉर्मली, अब तक तो मैं जानती नहीं थी कि भाई कौन है कौन नहीं है। मैंने इनकी प्रोफाइल चेक की तो मैंने पहले देखा कि भाई पूरा प्रोफाइल में देखा मैंने क्या है क्या नहीं है, कभी कोई ऐसा ही बंदा कोई फेक ना हो। फिर उन्होंने रिक्वेस्ट भेजी तो मैं नॉर्मली फ्रेंड्स के लिए मैं 4 दिन बाद जैसे बता रही हूँ वो मैंने एक्सेप्ट की थी। पूरी प्रोफाइल देखने के बाद मैंने तब वो रिक्वेस्ट एक्सेप्ट की थी उनकी। तो मैंने इनको यही बोला था कि देखो इन चीज़ों, मैंने इनको मना ही किया था कि अभी चीज़ें नहीं करनी है क्योंकि स्पोर्ट्स में तुम भी स्पोर्ट्स में हो और मैं भी स्पोर्ट्स में हूँ, तो इससे हमारा गेम्स पे मतलब असर पड़ेगा। तो इसलिए कह रहे नहीं ऐसा कुछ नहीं होगा। फिर उन्होंने बहुत रिक्वेस्ट की तो कह नहीं ऐसा कुछ नहीं होगा, मेरी तरफ से तुम टेंशन ना लो, अपने गेम पे भी हम ध्यान देंगे और रिलेशन पे भी ध्यान देंगे। तो मैंने कहा चलो ठीक है। अब मैंने आहिस्ता आहिस्ता घर में भी बात भी की थी मैंने, तो घर वाले मतलब ऐसे ही मतलब इनका नाम नहीं बताया था मेरे घर में, तो घर वालों ने मना कर दिया था कि नहीं हम लोग नहीं करेंगे, मतलब रिलीजन अलग है, मैं मुस्लिम हूँ ये हिंदू हैं, इस करके तो नहीं घर वाले माने। फिर मुझे लग भी गया था कि शायद वो नहीं मानेंगे। तो मैंने ये सोचा था कि मैं पहले कुछ मुकाम हासिल कर ले हम, कि जिससे कि हम अपने आप खुद भी जाकर कॉन्फिडेंस होकर शादी करें, तो बाद में फिर फैमिली मान जाएगी, हमको मना लेंगे। ये रहा। ਬਿਲਕੁਲ ਦੇਖਿਆ ਜਾਵੇ ਤਾਂ ਇਹ ਸਭ ਤੋਂ ਵੱਡੀ ਮੁਸ਼ਕਲ ਹੋ ਜਾਂਦੀ ਹੈ ਜਦ ਦੋ ਲੋਕ ਜਿਹੜੇ ਅਲੱਗ-ਅਲੱਗ ਧਰਮ ਤੋਂ ਬਿਲੋਂਗ ਕਰਦੇ ਹੋਣ ਤੇ ਉਹਨਾਂ ਦਾ ਮਿਲਣਾ ਔਖਾ ਹੀ ਲੱਗਦਾ ਕਿਉਂਕਿ ਨਾ ਸਮਾਜ ਕਈ ਵਾਰੀ ਸਾਥ ਦਿੰਦਾ ਹੈ ਨਾ ਬਾਕੀ ਚੀਜ਼ਾਂ ਹੁੰਦੀਆਂ ਨੇ। ਤੇ ਸਰ ਫਿਰ ਵੀ ਤੁਸੀਂ ਇਕੱਠੇ ਹੋ, ਤੁਹਾਨੂੰ ਇਕੱਠੇ ਦੇਖ ਕੇ ਬਹੁਤ ਲੋਕਾਂ ਨੂੰ ਖੁਸ਼ੀ ਵੀ ਹੋ ਰਹੀ ਹੋਏਗੀ। ਤੇ ਸਰ ਦੇਖਿਆ ਜਾਵੇ ਫਿਰ ਉਸ ਤੋਂ ਬਾਅਦ ਜਦ ਇਕੱਠੇ ਹੋ ਗਏ ਤੇ ਕਿਵੇਂ ਇੱਕ ਦੂਜੇ ਦਾ ਸਪੋਰਟ ਸਿਸਟਮ ਬਣ ਕੇ ਸਾਹਮਣੇ ਆਇਆ? ਮੈਮ ਇਹ ਮਤਲਬ ਕਿ ਗੱਲਾਂ ਜਿਹੜੀਆਂ ਮੈਂ ਇਹਨਾਂ ਨੂੰ ਪਹਿਲੇ ਕਨਫਰਮ ਕਰਤਾ ਸੀਗਾ ਵੀ ਮੈਂ ਤੁਹਾਨੂੰ ਪੂਰੀ ਸਪੋਰਟ ਕਰੂੰਗਾ, ਤੇ ਉਹ ਮੈਂ ਕੀਤਾ ਵੀ ਹਜੇ ਤੱਕ ਇਹਨਾਂ ਨੂੰ ਮੈਂ। ਤੇ ਇਹ ਕਹਿੰਦੇ ਸੀਗੇ ਵੀ ਇੱਕ ਤਾਂ ਅਕੈਡਮੀ ਹੋਣੀ ਚਾਹੀਦੀ ਹੈ ਲੁਧਿਆਣੇ ਦੇ ਵਿੱਚ ਬੈਡਮਿੰਟਨ, ਤੇ ਫਿਰ ਮੈਂ ਅਕੈਡਮੀ ਮਤਲਬ ਕਿ ਸਰਚ ਕੀਤੀ। ਫਿਰ ਮੈਨੂੰ ਮਤਲਬ ਕਿ ਨਾ ਇੱਕ ਮੇਰੇ ਲਈ ਵਧੀਆ ਹੋ ਗਿਆ ਕਿ ਮੇਰੇ ਘਰ ਦੇ ਨਜ਼ਦੀਕ ਹੀ ਸੀ ਗੁਰੂ ਨਾਨਕ ਸਟੇਡੀਅਮ, ਬਟ ਮੈਨੂੰ ਇਹ ਨਹੀਂ ਪਤਾ ਸੀਗਾ ਇਹਦੇ ਵਿੱਚ ਬੈਡਮਿੰਟਨ ਕੋਰਟ ਹੈ। ਫਿਰ ਮੈਂ ਆ ਕੇ ਦੇਖਿਆ ਤੇ ਲੱਕਲੀ ਕਿ ਇਹਦੇ ਵਿੱਚ ਮਤਲਬ ਕਿ ਵੁਡਨ ਕੋਰਟ ਸੀਗਾ ਜਿਹਦੇ ਉੱਪਰ ਸਾਡੀ ਗੇਮ ਹੁੰਦੀ ਹੈ ਵੁਡਨ ਕੋਰਟ ਦੇ ਉੱਪਰ। ਹਾਂਜੀ, ਤੇ ਫਿਰ ਮੈਂ ਕਿਹਾ ਚਲੋ ਇਹ ਤਾਂ ਬਹੁਤ ਵਧੀਆ ਹੋ ਗਿਆ। ਫਿਰ ਮੈਂ ਇਹਨਾਂ ਨਾਲ ਕੰਟੈਕਟ ਕੀਤਾ, ਮੈਂ ਕਿਹਾ ਇੱਦਾਂ ਕਰਕੇ ਵੁਡਨ ਕੋਰਟ ਵੀ ਹੈਗਾ ਵਾ ਤੇ ਘਰ ਦੇ ਨਜ਼ਦੀਕ ਹੀ ਹੈ ਬਿਲਕੁਲ। ਹਾਂਜੀ ਹਾਂਜੀ ਬਿਲਕੁਲ। ਤੇ ਮੈਮ मतलब कि सर ने हाले गल दसी तो यानी कि ये तो पता चलता मतलब तुसी लुधियाने तो नहीं बिलोंग करते? नहीं मैं मेरठ से हूँ। अच्छा। उत्तर प्रदेश मेरठ से। हाँ जी, बस थी मैंने इनसे पहले इनका मेरा ये था कि अपने लिए नहीं, हम दोनों के लिए मैंने रिक्वेस्ट इनसे की थी कि हम लोग बैडमिंटन साथ में खेलेंगे, साथ में प्लेयर बनना है हम लोगों को, और इसमें फ्यूचर ज़्यादा आगे है। क्रिकेट वगैरह में अभी ना वो शायद गवर्नमेंट से नहीं है कनेक्ट, वो नहीं है। और बैडमिंटन हो गया, ये एथलेटिक हो गए, या व्हीलचेयर बास्केटबॉल होगी, ये गवर्नमेंट के अंदर आते हैं। तो उसमें हम लोगों को फ़ायदा है कि हम लोग जाएंगे, शायद आगे जाकर हमें गवर्नमेंट से भी हेल्प मिले, जॉब भी मिल जाए हम लोगों को, क्योंकि हम लोग जॉबलेस हैं। फिर दूसरा कि अगर हम लोग किसी और से हेल्प मांगे तो उसमें आराम से मिलकर हमारा काम आराम से हो जाना है उसमें स्पोर्ट्स में, और इसमें नाम भी अच्छा होता है, काम भी अच्छा है। तो हम दोनों को यही साथ में करना है, साथ में करेंगे तो और सही रहेगा, क्योंकि एक दूसरे की प्रॉब्लम को हम समझ सकते हैं, अदर बंदा हमारी प्रॉब्लम नहीं समझेगा।
ਹਲੇ ਸਰ ਇਹੀ ਗੱਲ ਹੋ ਰਹੀ ਸੀ, ਪਰ ਗੱਲ ਕਰਦੇ ਹਾਂ ਕਿ ਆਪਾਂ ਦੇਸ਼ ਦੇ ਲਈ, ਇੱਕ ਦੇਸ਼ ਲਈ ਕੰਮ ਕਰਨ ਦਾ ਜਿਹੜਾ ਜਨੂਨ ਹੁੰਦਾ ਕਿ ਦੇਸ਼ ਦਾ ਜਿਹੜਾ ਨਾਮ ਰੌਸ਼ਨ ਕਰਨਾ ਹੈ, ਉਸ ਦੇ ਵਾਸਤੇ ਤੁਸੀਂ ਦੋਨੋਂ ਲੱਗੇ ਹੋਏ। ਤੇ ਮਦਦ ਕਿਵੇਂ ਜਿਹੜੀ ਹੈ ਸਰਕਾਰ ਵੱਲੋਂ ਮਦਦ ਕੀਤੀ ਜਾ ਰਹੀ ਹੋਵੇ, ਤੁਹਾਨੂੰ ਉਸ ਚੀਜ਼ ਦਾ ਲੱਗਾ ਕਿ ਫਾਈਨਲੀ ਜਿਹੜਾ ਹੁਣ ਸਪੋਰਟਸ ਅਸੀਂ ਜੁਆਇਨ ਕੀਤਾ ਹੈ ਤੇ ਕਿਤੇ ਨਾ ਕਿਤੇ ਇੱਕ ਹੁੰਦਾ ਨੇ ਕਿ ਆਪਾਂ ਕੋਈ ਵੀ ਕੰਮ ਵੀ ਕਰਨਾ ਹੁੰਦਾ ਸਟਾਰਟ, ਤੇ ਆਪਾਂ ਸੋਚਦੇ ਕਿ ਅਸੀਂ ਫਾਈਨੈਂਸ਼ੀਅਲ ਵੀ ਸਟਰੋਂਗ ਹੋਣਾ ਹੈ, ਤੇ ਉਹ ਚੀਜ਼ ਨੂੰ ਲੱਗਿਆ ਕਿ ਹਾਂ ਵੀ ਮਤਲਬ ਵਧੀਆ ਤਰੀਕੇ ਨਾਲ ਹੋ ਰਿਹਾ ਹੈ ਅੱਗੇ। ਮੈਮ ਐਕਚੁਅਲੀ ਹੁਣ ਜਿਹੜੀ ਸਭ ਤੋਂ ਵੱਡੀ ਦਿੱਕਤ ਸਾਡੇ ਕੋਲ ਜੋਬ ਨਹੀਂ ਹੈ, ਤੇ ਅਸੀਂ ਮਤਲਬ ਕਿ ਸੀਐਮ ਚੰਨੀ ਸਾਹਿਬ ਕੋ ਗਏ ਸੀਗੇ, 2 ਵਾਰ ਗਏ ਸੀ ਤੇ ਸਾਨੂੰ ਦੋਨੇ ਵਾਰ ਨਹੀਂ ਮਿਲੇ। ਇੱਕ ਤਾਂ ਚਲੋ ਉਹਨਾਂ ਦੇ ਬੇਟੇ ਦੀ ਕੁਝ ਮੈਰਿਜ ਸੀਗੀ, ਉਸ ਕਾਰਨ ਨਹੀਂ ਮਿਲ ਸਕੇ। ਦੂਸਰੀ ਵਾਰ ਜਦੋਂ ਗਏ ਸੀਗੇ ਉਸ ਵਕਤ ਵੀ ਨਹੀਂ ਸੀਗੇ, ਤੇ ਉੱਥੇ ਕੁਝ ਬੰਦੇ ਸੀਗੇ ਅਫਸਰ ਬੰਦੇ, ਤੇ ਉਹਨਾਂ ਨੇ ਸਾਨੂੰ ਇਹੀ ਕਿਹਾ ਸੀਗਾ ਕਿ ਤੁਸੀਂ ਇੱਦਾਂ ਮਤਲਬ ਕਿ ਆਇਆ ਨਾ ਕਰੋ ਵੀ ਜੋ ਸਾਰੇ ਜੋਬ ਵਾਸਤੇ ਇੱਥੇ ਆਉਂਦੇ ਆ, ਤੇ ਉਹ ਤਾਂ ਚਲੋ ਤੁਸੀਂ ਫੇਸਬੁੱਕ ਜਾਂ ਸੋਸ਼ਲ ਮੀਡੀਆ 'ਤੇ ਉਹਨਾਂ ਨੂੰ ਦੇਖ ਕੇ ਆਉਂਦੇ ਆ ਵੀ ਚੰਗਾ ਕੰਮ ਕਰਦੇ ਵੇ ਚਲੋ, ਬਟ ਕਹਿ ਰਹੇ ਇੱਦਾਂ ਜੋਬ ਦਿੰਦੇ ਨੇਗੇ। ਫਿਰ ਉਸ ਤੋਂ ਬਾਅਦ ਮੈਮ ਅਸੀਂ ਗਏ ਨਹੀਂ ਉਹਨਾਂ ਕੋਲ, ਕਿਉਂਕਿ ਹਾਲੇ ਜਿਹੜੇ ਤੁਹਾਡੇ ਕੋਲ ਕੋਈ ਵੀ ਜੌਬ ਨਹੀਂ ਹੈ, ਬਸ ਜਿਹੜਾ ਇਹ ਸਪੋਰਟਸ ਹੈਗਾ ਹੈ, ਤੇ ਉਸ ਤੋਂ ਇਲਾਵਾ ਸਿਰਫ ਫਿਰ ਮਤਲਬ ਕਹਿੰਦੇ ਹੁੰਦੇ ਘਰ ਦੀ ਜਿਹੜੀ ਇਨਕਮ ਹੁੰਦੀ ਹੈ ਉਹ ਫਿਰ ਕਿੱਥੋਂ ਆ ਰਹੀ? ਮੈਮ ਐਕਚੁਅਲੀ ਜਿਹੜੀ ਸਾਡੇ ਘਰ ਦੀ ਇਨਕਮ ਆ ਉਹ ਮਤਲਬ ਕਿ ਮੁਸ਼ਕਿਲ ਹਾਲਾਤਾਂ ਵਿੱਚ ਚੱਲਦੀ ਪਈ ਹੈ ਮੈਮ ਇਸ ਵਕਤ, ਕਿਉਂਕਿ ਮੇਰੇ ਮੰਮੀ ਰਿਟਾਇਰ ਹੋ ਗਏ ਸੀਗੇ, ਉਹਨਾਂ ਨੇ ਘਰ ਬਣਾਤਾ ਸਾਰਾ, ਤੇ ਪੈਸਾ ਹੁਣ ਕੋਈ ਨਹੀਂ ਰਿਹਾ ਉਹਨਾਂ ਕੋਲ, ਜਿੰਨੇ ਵੀ ਸੀਗੇ ਮਤਲਬ ਕਿ ਘਰ ਦੇ ਖਰਚੇ ਵਿੱਚ ਅੱਧੇ ਲਗਾਤੇ ਉਹਨਾਂ ਨੇ। ਤੇ ਬਸ ਹੁਣ ਮਤਲਬ ਮੈਮ ਸਾਡੇ ਤੇ ਹੈ ਕਿ ਸਾਡੀ ਜੋਰੀ ਜੋਬ ਲੱਗੂਗੀ, ਔਰ ਤੇ ਮੈਮ ਚੱਲਣਾ ਸਾਡਾ ਘਰ। ਤੇ ਤੁਹਾਡੇ ਪਿਤਾ ਜੀ ਜਿਹੜੇ ਉਹ ਬਚਪਨ ਤੋਂ ਹੀ ਨਹੀਂ ਹੈ? ਨਹੀਂ, 2001 ਦੇ ਵਿੱਚ ਮਤਲਬ ਕਿ ਮੈਂ 16-17 ਸਾਲ ਦਾ ਹੋਊਂਗਾ, ਉਦੋਂ ਐਕਸਪਾਇਰ ਹੋ ਗਏ ਸੀ ਮੇਰੇ ਡੈਡੀ। ਹਾਂਜੀ। ਅਤੇ ਸਰ ਇਸ ਦੇ ਨਾਲ ਹੀ ਇਹ ਦੇਖਿਆ ਜਾਵੇ ਕਿ ਇਹ तमाम ਚੀਜ਼ਾਂ ਨੇ, तमाम ਮੁਸ਼ਕਲਾਂ ਨੇ। ਕਹਿੰਦੇ ਨਾ ਕਿ ਹਰ ਇੱਕ ਇਨਸਾਨ ਲਾਈਫ ਦੇ ਵਿੱਚ ਕਈ ਵਾਰੀ ਇਹੋ ਜਿਹੀ ਸਟੇਜ ਆਉਂਦੀ ਜਦ ਬੰਦਾ ਬਹੁਤ ਹੀ ਜ਼ਿਆਦਾ ਐਗਜ਼ੌਸਟਡ ਫੀਲ ਕਰਦਾ, ਜਦੋਂ ਉਹਨੂੰ ਲੱਗਦਾ ਕਿ ਨਹੀਂ ਹੋ ਰਿਹਾ ਸਾਡੇ ਤੋਂ, ਮਤਲਬ ਹਾਲੇ ਤੱਕ ਦੀ ਜਰਨੀ ਦੇ ਵਿੱਚ ਕਦੇ ਇਹੋ ਜਿਹੀ ਸਟੇਜ ਆਈ ਹੈ ਤੁਹਾਨੂੰ ਜਦ ਲੱਗਿਆ ਹੋਵੇ, ਜਦ ਅੰਦਰੋਂ ਬੰਦਾ ਬਹੁਤ ਹਾਰਿਆ ਹੋਇਆ ਮਹਿਸੂਸ ਕਰਦਾ ਹੈ, ਲੱਗਦਾ ਕਿ ਨਹੀਂ ਹੋ ਰਿਹਾ ਕੁਝ ਇਹੋ ਜਿਹੀ ਸਟੇਜ? ਹਾਂਜੀ ਮੈਮ, ਇਹ ਜਦੋਂ ਮੇਰੇ ਪਾਪਾ ਐਕਸਪਾਇਰ ਹੋ ਗਏ ਸੀਗੇ ਉਸ ਤੋਂ 2-3 ਸਾਲ ਬਾਅਦ ਮਤਲਬ ਕਿ ਕਾਫੀ ਬਿਹੇਵ ਚੇਂਜ ਹੋ ਗਿਆ ਸੀਗਾ, ਮੇਰੇ ਸਿਸਟਰ ਬ੍ਰਦਰ ਸਾਰਿਆਂ ਦਾ ਕਾਫੀ ਬਿਹੇਵ ਚੇਂਜ ਹੋ ਗਿਆ ਸੀਗਾ। ਤੇ ਉਦੋਂ ਮਤਲਬ ਕਿ ਮੰਮੀ ਸੀਗੇ ਬਸ ਸਪੋਰਟ ਵਿੱਚ, ਤੇ ਉਹ ਕੁਝ ਕਰ ਵੀ ਨਹੀਂ ਸਕਦੇ ਸੀ ਵਿਚਾਰੇ। ਤੇ ਮਤਲਬ ਕਿ ਇਹ ਦਿਲ ਕਰਦਾ ਹੁੰਦਾ ਕਿਉਂਕਿ ਉਦੋਂ ਮੈਂ ਮਤਲਬ ਕਿ ਵੀਲ ਚੇਅਰ ਵੀ ਨਹੀਂ ਹੁੰਦੀ ਸੀਗੀ, ਵੀਲ ਚੇਅਰ ਵੀ ਸਪੋਰਟਸ ਚਾਹਣ ਤੋਂ ਬਾਅਦ ਹੀ ਮਿਲੀ। ਮੈਂ ਇਸ ਗੱਲ ਤੇ ਮੈਂ ਆਪਣੇ ਮਤਲਬ ਕਿ ਵੀਲ ਚੇਅਰ ਕ੍ਰਿਕਟ ਨੂੰ ਸਲੂਟ ਕਰਦਾ, ਸਲਾਮ ਕਰਦਾ, ਜਿਨ੍ਹਾਂ ਦੀ ਵਜ੍ਹਾ ਨਾਲ ਇੰਨਾ ਐਕਟੀਵਿਟੀ ਵਧੀ ਕਿ ਕਦੀ ਸੋਚਿਆ ਵੀ ਨਹੀਂ ਸੀਗਾ ਕਿ ਇਕੱਲੇ ਕਿਤੇ ਜਾ ਸਕਦੇ ਹਾਂ ਬਿਨਾਂ ਮਤਲਬ ਕਿ ਸਪੋਰਟ ਤੋਂ, ਘਰ ਦੇ ਸਪੋਰਟ ਤੋਂ ਬਿਨਾਂ। ਤੇ ਮਤਲਬ ਕਿ ਸਪੋਰਟਸ ਵਿੱਚ ਆਉਣ ਤੋਂ ਬਾਅਦ ਮਤਲਬ ਕਿ ਇੰਨੇ ਕੁ ਐਕਟਿਵ ਹੋ ਗਏ ਹੁਣ, ਮਤਲਬ ਇਕੱਲੇ ਪੂਰਾ ਇੰਡੀਆ ਘੁੰਮ ਸਕਦੇ ਬਿਨਾਂ ਹੈਲਪ ਤੋਂ ਆ ਵੀਲ ਚੇਅਰ ਦੇ ਉੱਪਰ ਮੈਮ। ਹਾਂਜੀ, ਤੇ ਮਤਲਬ ਕਿ ਇੱਦਾਂ ਦੀ ਪੋਜੀਸ਼ਨ ਆ ਗਈ ਸੀ ਮੈਮ ਕਿ ਬਸ ਲੱਗਦਾ ਸੀਗਾ ਵੀ ਨਾ ਬਸ ਹੁਣ ਖਤਮ ਆ ਲਾਈਫ, ਤੇ ਮਰ ਜਾਈਏ ਬਸ। ਮਤਲਬ ਕਿ ਭੈਣ ਭਰਾਵਾਂ ਨੇ ਸਾਥ ਛੱਡਤਾ ਸੀਗਾ, ਤੇ ਬਸ ਮਰਨ ਦੀ ਮਤਲਬ ਕਿ ਨੌਬਤ ਆ ਗਈ ਸੀਗੀ ਮੈਮ। ਫਿਰ ਮਤਲਬ ਕਿ ਮੇਰੇ ਫਰੈਂਡ ਹੀ ਸੀਗੇ ਜਿਹੜੇ ਲੈ ਗਏ ਮੈਨੂੰ ਸਪੋਰਟਸ ਦੇ ਵਿੱਚ, ਤੇ ਮੈਂ ਆਪਣੇ ਮਤਲਬ ਕਿ ਮੈਂ ਭਰਾਵਾਂ ਨਾਲੋਂ ਵੀ ਵੱਧ ਸਮਝਦਾ ਆਪਣੇ ਫਰੈਂਡ ਦਲੀਪ ਗੁਪਤਾ ਨੂੰ, ਤੇ ਜਿਹੜੇ ਮੈਨੂੰ ਸਪੋਰਟਸ ਦੇ ਵਿੱਚ ਲੈ ਗਏ, ਤੇ ਉਹਨਾਂ ਦੀ ਵਜ੍ਹਾ ਨੇ ਮੈਂ ਅੱਗੇ ਵੱਧ ਗਿਆ ਮਤਲਬ ਕਿ ਮੈਂ। ਹਾਂਜੀ ਮੈਮ, ਕਦੇ ਤੁਹਾਡੇ ਨਾਲ ਵੀ ਇੱਦਾਂ ਹੋਇਆ ਕਿ ਲਾਈਫ ਦੇ ਵਿੱਚ ਇਹੋ ਜਿਹੇ ਜਿਹੜੇ ਹਾਲਾਤ ਬਣੇ ਹੋਣਗੇ, ਜਦ ਲੱਗਿਆ ਹੋਏਗਾ ਕਿ ਬਹੁਤ ਜ਼ਿਆਦਾ ਐਗਜ਼ੌਸਟਡ ਤੁਸੀਂ ਫੀਲ ਕੀਤਾ ਹੋਣਾ ਕਿ ਨਹੀਂ ਬਸ ਹੁਣ ਨਹੀਂ ਹੋ ਰਿਹਾ, ਹੁਣ ਮਤਲਬ ਕਿਤੇ ਨਾ ਕਿਤੇ ਹੁੰਦਾ ਨਾ ਕਿ ਹਰ ਕਿਸੇ ਦੀ ਲਾਈਫ ਦੇ ਵਿੱਚ ਹੁੰਦਾ ਹੈ ਕਿ ਕਦੇ ਨਾ ਕਦੇ ਬੰਦਾ ਬਹੁਤ ਹਾਰਿਆ ਹੋਇਆ ਮਹਿਸੂਸ ਕਰਦਾ, ਇੱਦਾਂ ਹੋਇਆ ਸੀ? हाँ जी, एक्चुअली मैंने 12th पास की थी, मैंने 12th की पास की 2000 में मेरे पापा एक्सपायर हो गए थे। उस टाइम हमारे घर में किसी बहन की शादी तक नहीं हुई, हम 7 बहनें हैं, 7 बहनों की शादी भी नहीं है, सबसे घर में बड़ी मैं थी। अब उस टाइम आके पता चला, आपको पता हो मुस्लिम समाज में एक प्रथा है कि अगर किसी का हस्बैंड एक्सपायर होता है तो उसे 4 महीने की इद्दत करनी पड़ती है। इद्दत का मतलब एक रूम के अंदर बैठ के प्रेयर करनी 4 महीने तक, उस लेडीज़ को बाहर नहीं आना। घर में कोई जेंट्स नहीं, पापा भी अकेले थे, मम्मी भी अकेली थी, तो उन दोनों कोई सहारा नहीं था हमारा मतलब। और जो बाकी मतलब मम्मी की जो मामा की बेटी वगैरह थी उन्होंने भी कोई सपोर्ट नहीं किया। 4.25 महीने मेरी मम्मी से आके हमसे आके किसी ने ये नहीं पूछा, पड़ोस में भी किसी ने नहीं पूछा कि तुम लोग कैसे खाना खा रहे हो, तुम्हारे घर में आटा है या नहीं है। उस चीज़ को देखकर अकल आ गई कि जो करना है अपने बलबूते पे करना है, किसी से कोई हेल्प नहीं मांगनी, सिर्फ गॉड के आगे हाथ फैलाना है। तो वहीं से शुरुआत की थी, बट कभी मैंने मरने की कोशिश नहीं की, कभी ऐसा माइंड में नहीं आया, क्योंकि ना कुछ ऐसा होता है ना कि जो होता है ना वो चीज़ सीख सिखाने के लिए होती है, उससे हम सीखे आगे। तो हमने ये सोच लिया कि अब हमने किसी से कोई एडवाइस नहीं लेनी, किसी से कोई हेल्प नहीं मांगनी, जैसा भी होगा अपने बलबूते पे करना है। तो फिर मैंने वो PCO लगाया था, एक हैंडीकैप PCO, गवर्नमेंट की तरफ से मुझे पहली बार वो चीज़ मिली थी अपने UP सरकार से। तो उसके थ्रू मैंने एक शॉप खोली थी घर पे ही, घर के अंदर ही है हमारे वो। तो उससे हमारी शुरुआत हुई, इससे हमारा सब कुछ चला। तो आज तक ये अभी शादी तक हमारा नौबत ये आ गई थी, हमने किसी के आगे हाथ नहीं फैलाया, किसी को दिया ही है, लिया नहीं है, किसी से लिया नहीं है। तो ये चीज़ तक हम लोगों ने की बार कि हाँ ये हिम्मत नहीं हारनी चाहिए, कुछ ना कुछ करना चाहिए। सब लोग समाज देखता है कि हाँ बेटियां हैं, बेटियों को
अधिकतर देखते आपने देखा होगा कि कोई लड़कियां अकेली जा रही हैं, उनको हर कोई गलत निगाह से ही देखता है। बट शायद हमारा एरिया ऐसा नहीं है जहाँ पे हम लोगों ने नहीं करा, कि उन्होंने कभी ऐसे हम लोगों को सोचा नहीं है। बाकी और लोगों को हम कुछ कह नहीं सकते कि भाई सबकी मेंटलिटी अलग अलग होती है। वो सपोर्ट, वो एरिया, या मान लीजिए जो गॉड का हाथ था हमारे ऊपर, इसलिए वो हमारा सब कुछ बढ़िया रहा। तो यही था कि आज तक भी मतलब अच्छा चल रहा है सब कुछ हमारे घर में। ਸਰ ਇਸ ਦੇ ਨਾਲ ਹੀ ਇਹ ਵੀ ਗੱਲ ਹੋ ਰਹੀ ਸੀ ਕਿ ਕੁਝ ਹੋਰ ਨੈਸ਼ਨਲ ਟੂਰਨਾਮੈਂਟ ਦੀ ਵੀ ਜਿਹੜੀ ਹੈ ਤਿਆਰੀ ਚੱਲ ਰਹੀ ਹੈ, ਤੇ ਕਿਹੜੀ ਮਤਲਬ ਕਿੱਥੇ ਜਾ ਕੇ ਤੁਸੀਂ ਖੁਦ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਜਾਂ ਦੇਸ਼ ਨੂੰ? ਮਤਲਬ ਕਿ 2019 ਵਿੱਚ ਪੋਸਟਪੋਨ ਹੋ ਗਿਆ ਸੀਗਾ, ਉੜੀਸਾ ਵਿੱਚ ਜਾਣਾ ਸੀ ਨੈਸ਼ਨਲ ਖੇਲਣ, ਤੇ ਇਹ ਪੋਸਟਪੋਨ ਹੋ ਗਿਆ। ਇਹ ਦੁਬਾਰਾ ਹੋ ਰਿਹਾ ਪਿਆ ਮੈਮ ਹੁਣ ਉੜੀਸਾ ਵਿੱਚ ਹੈ ਭੁਵਨੇਸ਼ਵਰ। ਹਾਂਜੀ ਮੈਮ। ਤੇ ਸਰ ਇਸ ਦੇ ਨਾਲ ਹੀ ਜੋ ਮੇਰਾ ਸਭ ਤੋਂ ਅਖੀਰਲਾ ਹੋਏਗਾ, ਕਿਉਂਕਿ ਬਾਰ-ਬਾਰ ਇਹੀ ਗੱਲ ਹੁੰਦੀ ਹੈ, ਹਲੇ ਤੱਕ ਜੋ ਵੀ ਤੁਹਾਡੇ ਦੋਨਾਂ ਵੱਲੋਂ ਕੀਤਾ ਗਿਆ ਹੈ ਆਪਣੇ ਬਲਬੂਤੇ ਤੇ ਕੀਤਾ ਹੈ, ਆਪਣੇ ਦਮ ਤੇ ਕੀਤਾ ਹੈ, ਤੁਸੀਂ ਜਿਸ ਮੁਕਾਮ ਤੇ ਹੋ ਆਪਣੇ ਦਮ ਤੇ ਕੀਤਾ ਹੈ। ਤੇ ਇੱਕ ਗੱਲ ਹੁੰਦੀ ਹੈ ਜੋ ਤੁਸੀਂ ਆਪਣੇ ਇਸ ਡਿਸਕਸ਼ਨ ਦੇ ਵਿੱਚ ਹੀ ਦੱਸਿਆ ਕਿ ਕਿਤੇ ਨਾ ਕਿਤੇ ਜੋ ਸਰਕਾਰ ਵੱਲੋਂ ਮਦਦ ਨਹੀਂ ਹੋ ਪਾਉਂਦੀ, ਉਹ ਜ਼ਿਆਦਾਤਰ ਕਈ ਵਾਰੀ ਕਈ ਖਿਡਾਰੀਆਂ ਦੀ ਸ਼ਿਕਾਇਤ ਰਹਿੰਦੀ ਹੈ ਕਿ ਸਰਕਾਰ ਵੱਲੋਂ ਜਿਹੜੀ ਮਦਦ ਨਹੀਂ ਹੋ ਪਾਈ, ਤੇ ਜਿਸ ਦੇ ਕਰਕੇ ਉਹ ਖਿਡਾਰੀ ਜਿਹੜਾ ਬਹੁਤ ਅੱਗੇ ਤੱਕ ਦਾ ਸੋਚਦਾ ਨਹੀਂ ਸੋਚ ਪਾਉਂਦਾ। ਕਿਸ ਤਰੀਕੇ ਦੀ ਜਿਹੜੀ ਤੁਸੀਂ ਮਦਦ ਚਾਹੁੰਦੇ ਹੋ, ਤੇ ਜੇ ਉਹ ਮਦਦ ਕਰਨਾ ਚਾਹੁੰਦੇ ਕਿਵੇਂ ਜਿਹੜਾ ਤੁਹਾਨੂੰ ਕੰਟੈਕਟ ਕਰ? ਮੈਮ ਜਿਹੜਾ ਸਾਡਾ ਮੋਬਾਈਲ ਨੰਬਰ ਹੈ ਉਹ 9780642217। ਸਾਨੂੰ ਜਿਹੜੀ ਜਾਰੀ ਮਦਦ ਚਾਹੀਦੀ ਮੈਮ, ਉਹ ਸਿਰਫ ਜੋਬ ਚਾਹੀਦੀ ਸਾਨੂੰ, ਤਾਂ ਕਿ ਅਸੀਂ ਮਤਲਬ ਕਿ ਪ੍ਰਾਈਵੇਟ ਵੀ ਕੁਝ ਕਰੂੰਗੇ ਉਹਦਾ ਕੁਝ ਭਰੋਸਾ ਨਹੀਂ ਵੀ ਅੱਗੇ ਚੱਲਦਾ ਕਿ ਨਹੀਂ ਚੱਲਦਾ, ਇਸ ਲਈ ਸਾਨੂੰ ਗਵਰਨਮੈਂਟ ਜੋਬ ਹੀ ਚਾਹੀਦੀ ਮੈਮ। ਤੇ ਅਸੀਂ ਮਤਲਬ ਕਿ ਗੁਜ਼ਾਰਿਸ਼ ਕਰਦੇ ਹਾਂ ਸੀਐਮ ਸਾਹਿਬ ਕੋ ਕਿ ਸਾਨੂੰ ਇਹ ਜੋਬ ਜ਼ਰੂਰ ਦਿੱਤੀ ਜਾਵੇ। ਬਿਲਕੁਲ, ਤੇ ਇਹ ਅਸੀਂ ਗੱਲਬਾਤ ਕੀਤੀ ਪੈਰਾ ਬੈਡਮਿੰਟਨ ਖਿਲਾੜੀ ਜੋ ਜੀ ਹਾਂ ਉਸ ਕਪਲ ਦੇ ਨਾਲ ਜੋ ਕਿਸ ਤਰੀਕੇ ਨਾਲ ਪਿਛਲੇ ਕਾਫੀ ਲੰਬੇ ਸਮੇਂ ਤੋਂ ਹਰ ਮੁਸ਼ਕਿਲਾਂ ਨੂੰ ਪਾਰ ਕਰਦਾ ਹੋਇਆ ਇੱਕ ਮੁਕਾਮ ਜਿਹੜਾ ਹਾਸਲ ਕਰ ਚੁੱਕੇ ਨੇ, ਪਰ ਅੱਗੇ ਵੀ ਜਿਹੜੇ ਬੜੇ ਸੁਪਨੇ ਦੇਖੇ ਨੇ। ਤੇ ਜੋ ਇੱਕ ਹੋਰ ਗੱਲ ਹੁੰਦੀ ਹੈ ਕਿ ਬਿਲਕੁਲ ਕਿਸ ਤਰੀਕੇ ਨਾਲ तमाम ਮੁਸ਼ਕਿਲਾਂ ਨੂੰ ਪਾਰ ਕਰਦੇ ਹੋਏ ਕੋਸ਼ਿਸ਼ਾਂ ਉਹਨਾਂ ਵੱਲੋਂ ਲਗਾਤਾਰ ਜਾਰੀ ਹੈ, ਤੇ ਜਿਹੜੀ ਉਹ ਜਿਉਂਦੇ ਜਾਗਦੀ ਜਿਹੜੀ ਮਿਸਾਲ ਪੇਸ਼ ਕਰ ਰਹੇ ਨੇ, ਕਹਿੰਦੇ ਨੇ ਕਿ ਜਿਹਨੇ ਕਰਨਾ ਹੋਵੇ ਉਹ ਕਿਤੇ ਨਾ ਕਿਤੇ ਤਰੀਕਾ ਲੱਭ ਹੀ ਲੈਂਦਾ ਹੈ, ਤੇ ਜਿਹਨੇ ਨਾ ਕਰਨਾ ਹੋਵੇ ਉਹਦੇ ਕੋਲ 10 ਬਹਾਨੇ ਹੁੰਦੇ ਆ ਕਿ ਇਸ ਕਰਕੇ ਨਹੀਂ ਹੋ ਪਾ ਰਿਹਾ। ਤੇ तमाम ਚੀਜ਼ਾਂ ਨੂੰ ਸਾਈਡ ਤੇ ਰੱਖਦੇ ਹੋ ਕਿਸ ਤਰੀਕੇ ਨਾਲ ਇਹਨਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ, ਤੇ ਉਮੀਦ ਇੱਕੋ ਹੀ ਹੈ ਇਹਨਾਂ ਵੱਲੋਂ, ਉਮੀਦ ਜੋ ਹੈ ਸਰਕਾਰ ਤੋਂ ਇਹ ਲਗਾਈ ਜਾ ਰਹੀ ਹੈ ਕਿ ਜਿਵੇਂ ਅਸੀਂ ਸਪੋਰਟਸ ਦੇ ਵਿੱਚ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨਾ ਚਾਹੁੰਦੇ ਹਾਂ, ਆਪਣਾ ਜਿਹੜਾ ਹੈ ਨਾਮ ਬਣਾਉਣਾ ਚਾਹੁੰਦੇ ਹਾਂ, ਠੀਕ ਉਸੇ ਤਰੀਕੇ ਨਾਲ ਇੱਕ ਜਿਹੜੀ ਨੌਕਰੀ ਦੀ ਤਲਾਸ਼ ਵੀ ਉਹਨਾਂ ਦੇ ਵੱਲੋਂ ਲਗਾਤਾਰ ਜਾਰੀ ਹੈ, ਜਿਸ ਦੇ ਵਿੱਚ ਉਹ ਸੋਚਦੇ ਨੇ ਕਿ ਸਰਕਾਰ ਵੱਲੋਂ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਇੱਕ ਤਰੀਕੇ ਨਾਲ ਜਿਹੜਾ ਹੈ ਉਹ ਫਾਈਨੈਂਸ਼ਲੀ ਵੀ ਜਿਹੜਾ ਹੈ ਸਟਰੋਂਗ ਹੋ ਸਕਣ, ਮੈਂਟਲੀ ਤਾਂ ਜਿਹੜਾ ਹੈ ਬਹੁਤ ਹੀ ਜ਼ਿਆਦਾ ਸਟਰੋਂਗ ਨੇ। ਤੁਸੀਂ ਵੀ ਸੁਣਿਆ ਹੈ ਪੂਰੀ ਗੱਲਬਾਤ ਦੇ ਵਿੱਚ ਕਿਸ ਤਰੀਕੇ ਨਾਲ ਉਹਨਾਂ ਦੇ ਜਿਹੜਾ ਉਹ ਜਜ਼ਬੇ ਤੋਂ ਭਰਪੂਰ ਨੇ, ਜੋਸ਼ ਤੋਂ ਭਰਪੂਰ ਨੇ, ਤੇ ਬਸ ਜਿਹੜੀ ਇੱਕ ਫਾਈਨੈਂਸ਼ਲੀ ਸਟਰੋਂਗ ਹੋਣ ਦੀ ਜਿਹੜੀ ਗੱਲ ਉਹਨਾਂ ਵੱਲੋਂ ਕਹੀ ਜਾ ਰਹੀ ਹੈ। ਤੇ ਉਮੀਦ ਕਰਦੇ ਹਾਂ ਸਰਕਾਰ ਇਹਨਾਂ ਦੀ ਵੀ ਜ਼ਰੂਰ ਮਦਦ ਕਰੇਗੀ। ਕੈਮਰਾਮੈਨ ਸਾਗਰ ਗਾਗੜ ਦੇ ਨਾਲ ਮੈਂ ਕਲਪਨਾ ਮੌਰਿਆ, ਵੇਖਦੇ ਰਹੋ ਤਾਂ ਸਿਟੀ ਹੈਡਲਾਈਨ।